ਕਰਤਾਰ ਸਿੰਘ ਦੁੱਗਲ ਦੀ ਕਹਾਣੀ ਇਕੱਲਾ ਕੁੰਵਾਰਾ। ਬਾਹਰ ਬਗੀਚੇ 'ਚ ਬੂਟਿਆਂ ਨੂੰ ਬੂਰ ਪੈ ਰਿਹਾ ਸੀ। ਖਿੜਕੀ ਦੇ ਪਰਦੇ ਨੂੰ ਹਟਾ ਕੇ ਉਹ ਕਿੰਨਾ ਚਿਰ ਵੇਖਦਾ ਰਿਹਾ। ਹੋਟਲ ਦਾ ਉਹਦਾ ਕਮਰਾ ਇਕਲਵੰਜੇ ਕਰਕੇ ਸੀ। ਜਦੋਂ ਕਲੀਆਂ ਚਟਕਦੀਆਂ, ਫੁੱਲ ਖਿੜਦੇ, ਫਲ ਨਿਕਲਦੇ, ਉਹਦੇ ਕੰਨਾਂ 'ਚ ਜਿਵੇਂ ਕਨਸੂਆਂ ਪੈਂਦੀਆਂ ਰਹਿੰਦੀਆਂ ਤੇ ਸਾਰੀ ਰਾਤ ਉਹਦੀ ਅੱਖ ਨਾ ਲੱਗਦੀ। ਚਾਨਣੀ ਰਾਤ ਵਿੱਚ ਚੰਨ ਦੀਆਂ ਰਿਸ਼ਮਾਂ ਖਿੜਕੀਆਂ ਰਾਹੀਂ, ਰੋਸ਼ਨਦਾਨਾਂ ਰਾਹੀਂ ਉਹਦੇ ਕਮਰੇ ਦਾ ਚੱਪਾ ਜਿਵੇਂ ਮੱਲ ਲੈਂਦੀਆਂ। ਉਹਦਾ ਦਮ ਘੁੱਟਣ ਲੱਗ ਪੈਂਦਾ। ਸਾਵਨ 'ਚ ਆਕਾਸ਼ 'ਤੇ ਦੌੜਦੀਆਂ ਕਾਲੀਆਂ ਸ਼ਾਹ ਬਦਲੀਆਂ ਦੇ ਪਰਛਾਵੇਂ ਉਹਦੇ ਕਮਰੇ ਦੇ ਅੰਦਰ ਸ਼ਿੰਗਾਰ ਮੇਜ਼ ਦੇ ਸ਼ੀਸ਼ੇ 'ਤੇ ਪੈਂਦੇ ਰਹਿੰਦੇ। ਅੰਗਰੇਜ਼ੀ ਕਿਸਮ ਦੇ ਇਸ ਹੋਟਲ 'ਚ ਇੱਕੋ ਇੱਕ ਹਿੰਦੁਸਤਾਨੀ ਰਹਿੰਦਾ ਸੀ। ਬਾਕੀ ਲੋਕ ਸਾਰੇ ਵਿਦੇਸ਼ੀ ਸਨ। ਇਕੱਲਾ ਕੁੰਵਾਰਾ ਉਸ ਹੋਟਲ 'ਚੋਂ ਰਹਿ ਰਿਹਾ ਸੀ ਪਿਛਲੇ ਸਾਲ ਤੋਂ। ਉਹਦੇ ਕਮਰੇ 'ਚ ਇੱਕ ਪਲੰਗ ਸੀ। ਪਲੰਗ ਦੇ ਕੋਲ ਇੱਕ ਤਿਪਾਈ ਸੀ। ਸਾਹਮਣੇ ਇੱਕ ਕੋਨੇ 'ਚ ਸ਼ਿੰਗਾਰ ਮੇਜ਼ ਸੀ। ਦੂਜੇ 'ਚ ਇੱਕ ਅਲਮਾਰੀ ਕੋਲ ਆਰਾਮ ਕੁਰਸੀ ਰੱਖੀ ਸੀ। ਖਿੜਕੀਆਂ ਦਰਵਾਜ਼ਿਆਂ ਦੇ ਪਰਦੇ ਜੋਗੀਆ ਰੰਗ ਦੇ ਨੀਲੀਆਂ ਧਾਰੀਆਂ ਵਾਲੇ ਸਨ। ਇਸ ਤਰ੍ਹਾਂ ਦੇ ਪਰਦੇ ਸਾਰੇ ਦੇ ਸਾਰੇ ਹੋਟਲ 'ਚ ਲੱਗੇ ਸਨ। ਇਸ ਤਰ੍ਹਾਂ ਦਾ ਫਰਨੀਚਰ ਹੋਟਲ ਦੇ ਹਰ ਕਮਰੇ 'ਚ ਸੀ ਤੇ ਜਿਸ ਤਰ੍ਹਾਂ ਦਾ ਫਰਨੀਚਰ ਜਿਸ ਥਾਂ ਉਹਦੇ ਕਮਰੇ 'ਚ ਰੱਖਿਆ ਸੀ, ਬਿਲਕੁਲ ਉਸੇ ਥਾਂ ਇਹ ਫਰਨੀਚਰ ਪਿਛਲੇ ਕਈ ਸਾਲਾਂ ਤੋਂ ਪਿਆ ਸੀ। ਫਰਨੀਚਰ ਨਿੱਕੀ ਜਿਹੀ ਚੀਜ਼ ਜੇ ਕੋਈ ਉਸ ਕਿਸੇ ਥਾਂ ਕਮਰੇ 'ਚ ਰੱਖ ਦਿੰਦਾ, ਕਿੰਨੇ ਦਿਨ, ਕਿੰਨੇ ਹਫ਼ਤੇ, ਕਿੰਨੇ ਮਹੀਨੇ ਉਹ ਚੀਜ਼ ਠੀਕ ਉਸੇ ਥਾਂ ਪਈ ਰਹਿੰਦੀ, ਜਦੋਂ ਤੀਕ ਉਹ ਆਪ ਉਹਨੂੰ ਚੁੱਕ ਕੇ ਅੱਗੇ ਪਿੱਛੇ ਨਾ ਕਰਦਾ। ਸਫਾਈ ਕਰਨ ਵਾਲਾ ਨੌਕਰ ਮਸ਼ੀਨ ਦੀ ਤਰ੍ਹਾਂ ਇਸ ਸਿਆਣਪ ਨਾਲ ਝਾੜ ਪੂੰਝ ਕਰਦਾ ਕਿ ਮਜਾਲ ਹੈ ਕੋਈ ਚੀਜ਼ ਆਪਣੀ ਥਾਂ ਤੋਂ ਕਦੀ ਰੱਤੀ ਭਰ ਵੀ ਹਿਲਦੀ। ਖਿੜਕੀ ਵੱਲ ਖਲੋ ਕੇ ਹਜਾਮਤ ਕਰਦੇ ਹੋਏ ਅੱਜ 6 ਮਹੀਨੇ ਹੋਏ ਉਹਨੇ ਇੱਕ ਬਲੇਡ ਖਿੜਕੀ 'ਚ ਰੱਖ ਛੱਡਿਆ ਸੀ। ਉਦੋਂ ਦਾ ਉਹ ਬਲੇਡ ਉੱਥੇ ਪਿਆ ਸੀ। ਇੱਕ ਤੋਂ ਬਾਅਦ ਇੱਕ ਕਿਤਾਬਾਂ ਪੜ੍ਹ ਕੇ ਉੱਤੇ ਪਾਈ ਦੀ ਵਿਚਲੀ ਫੱਟੀ 'ਤੇ ਰੱਖਦਾ ਰਹਿੰਦਾ ਤੇ ਉਹ ਕਿਤਾਬਾਂ ਉਂਝ ਦੀਆਂ ਉਂਝ ਉੱਥੇ ਪਈਆਂ ਹੋਈਆਂ ਸਨ। ਅੱਜ ਕਿੰਨੇ ਦਿਨ ਹੋ ਗਏ ਸਨ। ਇੱਕ ਬਰਾਤ ਵਿੱਚ ਅੱਜ ਕਿੰਨਾ ਚਿਰ ਹੋਇਆ ਉਹਨੂੰ ਮੋਤੀਏ ਦਾ ਇੱਕ ਹਾਰ ਮਿਲਿਆ। ਉਹਨੂੰ ਲਿਆ ਕੇ ਉਸ ਸ਼ਿੰਗਾਰ ਮੇਜ਼ ਦੀ ਦਰਾਜ਼ 'ਚ ਰੱਖ ਛੱਡਿਆ। ਮੋਤੀਏ ਦੇ ਫੁੱਲ ਸੁੱਕ ਸੜ ਗਏ, ਪਰ ਉਹ ਹਾਰ ਉਂਝ ਦਾ ਉਂਝ ਦਰਾਜ਼ 'ਚ ਪਿਆ ਸੀ, ਇੰਨ ਬਿੰਨ ਉਸੇ ਥਾਂ ਜਿੱਥੇ ਉਹਨੇ ਰੱਖਿਆ ਸੀ। ਇੱਕ ਸੂਈ ਉਹਨੇ ਖਿੜਕੀ ਦੇ ਪਰਦੇ ਨਾਲ ਉੜੰਗੀ ਸੀ। ਅੱਜ ਕਿੰਨਾ ਚਿਰ ਹੋਇਆ ਪਰਦੇ ਕਈ ਵਾਰ ਬਦਲੇ ਗਏ, ਪਰ ਬਹਿਰਾ ਹਮੇਸ਼ਾ ਸੂਈ ਨੂੰ ਕੱਢ ਕੇ ਨਵੇਂ ਪਰਦੇ 'ਚ ਠੀਕ ਉਸੇ ਥਾਂ ਫੇਰ ਟੰਗ ਦਿੰਦਾ। ਅੱਜ ਉਹਦੀ ਛੁੱਟੀ ਸੀ, ਤਾਈਓ ਸ਼ਾਇਦ ਖਿੜਕੀ ਦੇ ਪਰਦੇ ਨੂੰ ਹਟਾ ਕੇ ਉਹ ਕਿੰਨਾ ਚਿਰ ਬਾਹਰ ਬਗੀਚੇ 'ਤੇ ਬੂਟਿਆਂ ਨੂੰ ਪੈ ਰਿਹਾ ਬੂਰ ਵੇਖਦਾ ਹੀ ਰਿਹਾ ਤੇ ਉਹਨੂੰ ਆਪਣਾ ਸਾਰਾ ਕਮਰਾ ਡਾਢਾ ਖਾਲੀ ਲੱਗਣ ਲੱਗ ਪਿਆ, ਜਿਵੇਂ ਖਾਣ ਨੂੰ ਪੈ ਰਿਹਾ ਹੋਵੇ। ਬਹਿਰਾ ਕਦੋਂ ਦਾ ਤਿਪਾਈ ਤੇ ਚਾਹ ਰੱਖ ਗਿਆ ਸੀ। ਚਾਹ ਦੇ ਨਾਲ ਸਵੇਰ ਦਾ ਤਾਜ਼ਾ ਅਖਬਾਰ ਰੱਖ ਗਿਆ ਸੀ। ਹਰ ਰੋਜ਼ ਬਹਿਰਾ ਇੰਜੀ ਚਾਹ ਰੱਖ ਜਾਂਦਾ, ਇੰਜੀ ਅਖਬਾਰ ਰੱਖ ਜਾਂਦਾ। ਸਵੇਰੇ 7 ਵਜੇ, ਭਾਵੇਂ ਸਰਦੀਆਂ ਹੋਣ ਭਾਵੇਂ ਗਰਮੀਆਂ ਹੋਣ, ਇੱਕ ਮਸ਼ੀਨ ਦੀ ਤਰ੍ਹਾਂ। ਤੇ ਅੱਜ ਉਹਨੇ ਚਾਹ ਨਹੀਂ ਪੀਤੀ ਸੀ। ਅੱਜ ਉਹਨੇ ਅਖਬਾਰ ਨਹੀਂ ਖੋਲ੍ਹਿਆ ਸੀ। ਖਿੜਕੀ 'ਚ ਖਲੋਤਾ ਉਹ ਬਗੀਚੇ 'ਚ ਬੂਟਿਆਂ ਨੂੰ ਪੈ ਰਿਹਾ ਬੂਰ ਕਿੰਨੇ ਚਿਰ ਤੋਂ ਵੇਖ ਰਿਹਾ ਸੀ ਤੇ ਉਹ ਸੋਚਦਾ ਸਾਰਾ ਦਿਨ ਉਹ ਕੀ ਕਰੇਗਾ। ਚਾਹ ਪੀਣ ਲਈ ਪਈ ਸੀ, ਅਖਬਾਰ ਪੜ੍ਹਨ ਲਈ ਰੱਖੀ ਸੀ। ਉਹ ਚਾਹ ਵੀ ਪੀ ਲਏਗਾ, ਅਖਬਾਰ ਵੀ ਪੜ੍ਹ ਲਏਗਾ, ਫਿਰ ਕੀ ਕਰੇਗਾ। ਇੰਨੇ 'ਚ ਬਹਿਸ਼ਤੀ ਗੁਸਲ ਲਗਾ ਦੇਗਾ। ਇੱਕ ਬਾਲਟੀ ਗਰਮ ਪਾਣੀ, ਇੱਕ ਬਾਲਟੀ ਠੰਡਾ ਪਾਣੀ। ਨਹਾ ਕੇ ਉਹ ਤਿਆਰ ਹੋਏਗਾ, ਹੇਠ ਨਾਸ਼ਤੇ ਲਈ ਜਾਏਗਾ। ਰਸਤੇ 'ਚ ਹਰ ਰੋਜ਼ ਦੀ ਤਰ੍ਹਾਂ ਗੈਲਰੀ 'ਚ ਅਖਬਾਰ ਵੇਖ ਰਹੀ ਹੋਟਲ ਦੀ ਮਾਲਕਣ ਫਰੰਗਣ ਮਿਲੇਗੀ, ਕੈਂਚੀ ਦੀ ਤਰ੍ਹਾਂ ਜਿਹਦੀ ਜ਼ਬਾਨ ਚੱਲਦੀ ਸੀ। ਗੱਲ ਪਿੱਛੋਂ ਕਰਦੀ ਸੀ, ਅਗਲੇ ਦੇ ਮਾਸ ਦਾ ਬੋਟਾ ਪਹਿਲੇ ਲਾ ਲੈਂਦੀ ਸੀ। ਜਿਹਦੀ ਲਿਪਸਟਿਕ ਦੀ ਮੁਸਕਾਨ ਕਿੰਨੀ ਹਿਸਾਬੀ ਕਿਤਾਬੀ ਹੁੰਦੀ ਸੀ। ਜਿਹਦੀਆਂ ਲੰਮੀਆਂ ਨੰਗੀਆਂ ਟੰਗਾਂ ਨੂੰ ਵੇਖ ਕੇ ਉਹਨੂੰ ਹਮੇਸ਼ਾ ਆਪਣੇ ਪਿੰਡ ਦੇ ਛੱਪੜ ਕੰਢੇ ਬੈਠੇ ਬਗਲੇ ਦੀ ਯਾਦ ਆ ਜਾਂਦੀ ਸੀ। ਜਿਹੜੀ ਖਾਣ ਦੇ ਕਮਰੇ 'ਚ ਜਿਸ ਮੇਜ਼ 'ਤੇ ਬੈਠਦੀ, ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਰਹਿੰਦੀ। ਅੰਡੇ ਕਿੰਨੇ ਮਹਿੰਗੇ ਹੋ ਗਏ, ਫਲ ਮਹਿੰਗਾ ਹੋ ਗਿਆ, ਮੱਖਣ ਮਹਿੰਗਾ ਹੋ ਗਿਆ, ਰਾਸ਼ਨ ਦੀ ਚੀਨੀ ਕਿੰਨੀ ਘੱਟ ਮਿਲਦੀ ਹੈ। ਮੈਂ ਆਪ ਸ਼ੱਕਰ ਪੀਣੀ ਸ਼ੁਰੂ ਕਰਨ ਦਾ ਇਰਾਦਾ ਕਰ ਰਹੀ ਹਾਂ। ਜਿਸ ਦਾ ਅੰਗਰੇਜ਼ ਖਾਵੰਦ ਜੱਬਲਪੁਰ ਤੋਂ ਰਾਤੀ ਟੈਲੀਫੋਨਾਂ ਕਰ ਬਹਿਰਿਆਂ ਤੋਂ ਪੁੱਛਦਾ ਰਹਿੰਦਾ, ਮੇਮ ਅੰਦਰ ਸੁੱਤੀ ਪਈ ਸੀ ਕਿ ਬਾਹਰ ਮਿਲਟਰੀ ਦੇ ਅਮਰੀਕੀ ਫੌਜੀਆਂ ਨਾਲ ਡਾਂਸ ਕਰਨ ਲੱਗ ਗਈ ਸੀ। ਤੇ ਇੱਕ ਵਾਰੀ ਹਵਾਈ ਜਹਾਜ਼ ਵਿੱਚ ਆ ਕੇ ਅੱਧੀ ਰਾਤ ਨੱਚ ਕੇ ਮੁੜੀ ਤ੍ਰੀਮਤ ਨੂੰ ਬੈਂਤਾਂ ਨਾਲ ਕੁੱਟ ਕੇ ਸਵੇਰੇ ਫਿਰ ਵਾਪਸ ਹਵਾਈ ਜਹਾਜ਼ 'ਤੇ ਆਪਣੀ ਡਿਊਟੀ 'ਤੇ ਅੱਪੜ ਗਿਆ ਸੀ।
ਖਿੜਕੀ 'ਚ ਖਲੋਤਾ ਬੂਟਿਆਂ ਨੂੰ ਪੈ ਰਿਹਾ ਬੂਰ ਉਹ ਵੇਖਦਾ ਰਿਹਾ ਤੇ ਉਹਦੀ ਅਣਪੀਤੀ ਚਾਹ ਦੇ ਬਰਤਨ ਕਦੋਂ ਦਾ ਬਹਿਰਾ ਚੁੱਕ ਕੇ ਵਾਪਸ ਲੈ ਗਿਆ ਸੀ। ਬਹਿਸ਼ਤੀ ਨੇ ਗੁਸਲਖਾਨੇ 'ਚ ਆਪਣੇ ਸਮੇਂ ਸਿਰ ਪਾਣੀ ਰੱਖ ਦਿੱਤਾ ਸੀ। ਪਾਣੀ ਕਦੋਂ ਦਾ ਠੰਡਾ ਹੋ ਚੁੱਕਾ ਸੀ। ਪੋਲੇ ਜੇ ਆ ਕੇ ਕੋਈ ਕਮਰੇ ਦੀ ਝਾੜ ਪੂੰਝ ਕਰ ਗਿਆ ਸੀ। ਹੇਠ ਖਾਣ ਦੇ ਕਮਰੇ 'ਚ 10 ਵਜੇ ਤੀਕ ਨਾਸ਼ਤਾ ਮਿਲਦਾ ਸੀ ਤੇ 10 ਵੱਜ ਚੁੱਕੇ ਸਨ। ਖਿੜਕੀ ਤੋਂ ਜਦੋਂ ਅਖੀਰ ਹਟਿਆ, ਇੱਕਦਮ ਖਿਸਕ ਕੇ ਪਰਦਾ ਫਿਰ ਆਪਣੀ ਥਾਂ ਤੇ ਆ ਗਿਆ। ਉਹਨੇ ਇੱਕ ਨਜ਼ਰ ਆਪਣੇ ਕਮਰੇ ਤੇ ਮਾਰੀ। ਇੱਕ ਪਲੰਗ ਕੋਲ ਪਈ ਇੱਕ ਤਿਪਾਈ, ਸਾਹਮਣੇ ਇੱਕ ਕੋਨੇ 'ਚ ਸ਼ਿੰਗਾਰ ਮੇਜ਼, ਦੂਜੇ ਵਿੱਚ ਅਲਮਾਰੀ ਕੋਲ ਆਰਾਮ ਕੁਰਸੀ ਤੇ ਬਸ। ਉਹਦੀ ਪਿਛਲੀ ਰਾਤ ਨੂੰ ਲਾਏ ਕੱਪੜੇ ਅਲਮਾਰੀ 'ਚ ਸੰਭਾਲੇ ਪਏ ਸਨ। ਅੱਜ ਦੇ ਕੱਪੜੇ ਕੱਢ ਕੇ ਪਲੰਗ ਉੱਤੇ ਰੱਖੇ ਸਨ। ਬਾਹਰ ਬੂਟਿਆਂ ਨੂੰ ਬੂਰ ਪੈ ਰਿਹਾ ਸੀ ਤੇ ਉਹਨੂੰ ਆਪਣਾ ਕਮਰਾ ਹੋਰ ਖਾਲੀ ਹੋਰ ਰੁੱਖਾ ਹੋਰ ਵੀਰਾਨ ਲੱਗਣ ਲੱਗ ਪਿਆ। ਤੇ ਕਿਸ ਤਰ੍ਹਾਂ ਤਿਆਰ ਹੋ ਉਹ ਬਾਹਰ ਨਿਕਲ ਗਿਆ। ਕਿਸੇ ਦੋਸਤ, ਕਿਸੇ ਕਲੱਬ, ਕਿਸੇ ਬਾਗ, ਕਿਸੇ ਸਿਨੇਮੇ, ਸਾਰਾ ਦਿਨ ਸਾਰੀ ਸ਼ਾਮ ਉਹਨੇ ਆਪਣੇ ਹੋਟਲ ਦੇ ਕਮਰੇ ਦੀ ਇਕੱਲ ਤੋਂ ਨੱਠੇ ਹੋਏ ਗੁਜ਼ਾਰ ਦਿੱਤੀ ਤੇ ਹਨੇਰਾ ਪਏ ਹਾਰ ਹੁੱਟ ਕੇ ਮੁੜ ਵਾਪਸ ਉਹ ਹੋਟਲ ਆ ਰਿਹਾ ਸੀ ਕਿ ਬਾਹਰ ਗੇਟ ਤੇ ਉਹਨੂੰ ਉਹਦਾ ਬਹਿਰਾ ਮਿਲਿਆ। ਸਭ ਤੁਹਾਨੂੰ ਇੱਕ ਬੀਬੀ ਮਿਲਣ ਆਈ ਸੀ, ਬਸ ਹੁਣੇ ਵਾਪਸ ਗਏ ਆ ਟੈਕਸੀ ਵਿੱਚ। ਉਹਦੇ ਨਾਲ ਤੁਰਦਾ ਗੱਲਾਂ ਕਰਦਾ ਬਹਿਰਾ ਉਹਦੇ ਕਮਰੇ ਤੀਕ ਆ ਗਿਆ। ਕੋਈ ਕੁੜੀ ਉਹਨੂੰ ਮਿਲਣ ਆਈ ਸੀ। ਸਵੇਰੇ ਜਦੋਂ ਨਿਕਲਿਆ ਕੋਈ 1 ਘੰਟਾ ਉਹ ਤੋਂ ਬਾਅਦ ਉਹ ਆ ਗਈ ਸੀ। ਸਾਰਾ ਦਿਨ ਉਹਦੀ ਉਡੀਕ ਕਰਦੀ ਰਹੀ। ਪਹਿਲੇ ਉਹ ਸੋਚਿਆ ਦੁਪਹਿਰ ਦੇ ਖਾਣੇ ਤੱਕ ਉਹ ਵੇਖ ਲਏਗੀ। ਫਿਰ ਜਦੋਂ ਲੰਚ ਤੇ ਨਾ ਆਇਆ ਕਹਿਣ ਲੱਗੀ ਸ਼ਾਇਦ ਖਾਣਾ ਅੱਜ ਬਾਹਰ ਹੋਵੇ, ਹੋਰ ਘੰਟੇ ਤੀਕ ਆ ਜਾਣਗੇ। ਇੰਝ ਇੱਕ ਘੰਟਾ ਕਰਦੀ ਸ਼ਾਮ ਦੀ ਚਾਹ ਦਾ ਵਕਤ ਹੋ ਗਿਆ। ਫਿਰ ਹਨੇਰਾ ਹੋ ਗਿਆ ਤਾਂ ਵੀ ਕਿੰਨਾ ਚਿਰ ਉਹ ਇੰਤਜ਼ਾਰ ਕਰਦੀ ਰਹੀ। ਅਖੀਰ ਅੱਕ ਕੇ ਥੱਕ ਕੇ ਉਹਨੇ ਟੈਕਸੀ ਮੰਗਵਾਈ ਤੇ ਚਲੀ ਗਈ। ਬਹਿਰੇ ਨੇ ਉਹਨੂੰ ਦੁਪਹਿਰ ਦਾ ਖਾਣਾ ਵੀ ਖਵਾਤਾ ਸੀ, ਸ਼ਾਮ ਦੀ ਚਾਹ ਵੀ ਪਿਲਾਤੀ ਸੀ ਤੇ ਪਹਿਲੇ ਕਿੰਨਾ ਚਿਰ ਬੈਠੀ ਉਹ ਅਖਬਾਰ ਵੇਖਦੀ ਰਹੀ, ਫਿਰ ਕਿਤਾਬ ਪੜ੍ਹਦੀ ਰਹੀ। ਖਾਣਾ ਖਾਣ ਤੋਂ ਬਾਅਦ ਉਹ ਪਲੰਗ ਤੇ ਬੈਠ ਗਈ। ਫਿਰ ਪੜ੍ਹਦੀ ਉਹ ਲੇਟ ਗਈ। ਲੇਟੇ ਉਹ ਸੌਂ ਗਈ। ਬਹਿਰਾ ਜਦੋਂ ਸ਼ਾਮ ਦੀ ਚਾਹ ਲਿਆਇਆ ਉਸ ਵੇਲੇ ਉਹਦੀ ਕਿਤੇ ਅੱਖ ਖੁੱਲ੍ਹੀ। ਚਾਹ ਉਹਨੇ ਪਲੰਗ ਤੇ ਬੈਠੇ ਪੀਤੀ। ਫਿਰ ਗੁਸਲਖਾਨੇ 'ਚ ਪਾਣੀ ਰਖਵਾਇਆ, ਮੂੰਹ ਹੱਥ ਧੋਤਾ, ਤਿਆਰ ਹੋਈ, ਫਿਰ ਕਿਤਾਬ ਚੁੱਕ ਕੇ ਪੜ੍ਹਨ ਲੱਗ ਪਈ। ਪੜ੍ਹਦੀ ਜਦੋਂ ਥੱਕ ਗਈ, ਬਾਹਰ ਬਗੀਚੇ 'ਚੋਂ ਅੱਧ-ਖਿੜੀਆਂ ਕਲੀਆਂ ਕੱਟ ਕੇ ਉਹਨੇ ਇੱਕ ਗਲਾਸ 'ਚ ਉਹਨਾਂ ਨੂੰ ਸਜਾਇਆ। ਇੱਕ ਲਾਲ ਗੁਲਾਬ ਦਾ ਪਿਆਰਾ ਜਿਹਾ ਫੁੱਲ ਸ਼ਿੰਗਾਰ ਮੇਜ਼ ਤੇ ਇੰਝ ਪਿਆ ਸੀ ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੋਵੇ। ਗੱਲਾਂ ਕਰਦਾ ਬਹਿਰਾ ਕਮਰੇ ਤੱਕ ਉਹਨੂੰ ਪਹੁੰਚਾ ਕੇ ਕਦੋਂ ਦਾ ਵਾਪਸ ਜਾ ਚੁੱਕਾ ਸੀ ਤੇ ਉਹ ਹੈਰਾਨ ਸੀ। ਆਖਰ ਉਹ ਕੌਣ ਹੋ ਸਕਦੀ ਸੀ ਜੋ ਇੰਝ ਸਾਰਾ ਦਿਨ ਉਹਦੀ ਉਡੀਕ ਕਰਦੀ ਰਹੀ ਤੇ ਉਡੀਕ ਕੇ ਤੁਰ ਗਈ। ਕਮਰਾ ਖੁਸ਼ਬੂਆਂ ਨਾਲ ਜਿਵੇਂ ਭਰਿਆ ਹੋਵੇ। ਉਹ ਕੌਣ ਸੀ? ਕੋਈ ਸੁਨੇਹਾ ਨਹੀਂ ਦੇ ਕੇ ਗਈ ਸੀ, ਕੋਈ ਚਿੱਠੀ ਨਹੀਂ ਛੱਡ ਕੇ ਗਈ ਸੀ, ਕੋਈ ਕਾਰਡ ਨਹੀਂ ਰੱਖ ਕੇ ਗਈ ਸੀ। ਉਹਨੇ ਸ਼ਿੰਗਾਰ ਮੇਜ਼ ਦੇ ਦਰਾਜ਼ ਖੋਲ੍ਹ ਕੇ ਵੇਖੇ, ਸਾਰੇ ਦੇ ਸਾਰੇ ਖਾਲੀ ਸਨ। ਸੱਜੇ ਹੱਥ ਦੇ ਦਰਾਜ਼ 'ਚ ਸੁੱਕ ਰਿਹਾ ਮੋਤੀਏ ਦਾ ਹਾਰ ਹੇਠ ਰੱਦੀ ਦੀ ਟੋਕਰੀ 'ਚ ਪਿਆ ਸੀ। ਖਿੜਕੀ ਵਿੱਚ ਕਦੋਂ ਦਾ ਜੰਗਾਰਿਆ ਜਾ ਰਿਹਾ ਬਲੇਡ ਰੱਦੀ ਦੀ ਟੋਕਰੀ 'ਚ ਸੀ। ਪਲੰਗ ਕੋਲ ਪਰਦੇ ਨਾਲ ਉੜੰਗੀ ਹੋਈ ਸੂਈ ਲਾ ਕੇ ਸ਼ਿੰਗਾਰ ਮੇਜ਼ ਦੇ ਉਤਲੇ ਛੋਟੇ ਦਰਾਜ਼ 'ਚ ਸੰਭਾਲ ਕੇ ਰੱਖੀ ਸੀ ਤੇ ਪਾਈ ਦੇ ਹੇਠਲੇ ਖਾਨੇ 'ਚ ਪਈਆਂ ਕਿਤਾਬਾਂ ਨੂੰ ਇੰਝ ਸਜਾਇਆ ਹੋਇਆ ਸੀ ਕਿ ਇੱਕ ਨਜ਼ਰ 'ਚ ਪਤਾ ਲੱਗ ਜਾਏ ਕਿਹੜੀ ਕਿਤਾਬ ਕਿੱਥੇ ਹੈ। ਉਹ ਕੌਣ ਸੀ? ਸ਼ਾਮ ਦੀ ਚਾਹ ਦੇ ਬਰਤਨ ਕਮਰੇ ਦੇ ਇੱਕ ਕੋਨੇ 'ਚ ਰੱਖੇ ਸਨ। ਟਰੇ 'ਚ ਪਿਆਲੀ ਦੇ ਇੱਕ ਪਾਸੇ ਦੰਦੇ ਦੇ ਅੰਦਰ ਦੇ ਬਾਹਰ ਲਿਪਸਟਿਕ ਦੇ ਨਿਸ਼ਾਨ ਲੱਗੇ ਹੋਏ ਸਨ। ਪਲੰਗ ਤੇ ਵਿਛੇ ਪਲੰਗ ਪੋਸ਼ ਤੇ ਘੁਰਜਾਂ ਪਈਆਂ ਹੋਈਆਂ ਸਨ। ਗੁਸਲਖਾਨੇ 'ਚ ਸਿਲਵਿੱਚੀ ਪਾਣੀ ਦੀ ਭਰੀ ਹੋਈ ਸੀ। ਪਾਣੀ ਉੱਤੇ ਸਾਬਣ ਦੀ ਝੱਗ ਖਿਲਰੀ ਪਈ ਸੀ। ਤੌਲੀਆ ਗਿੱਲਾ ਸੀ। ਸ਼ਿੰਗਾਰ ਮੇਜ਼ ਤੇ ਪਈ ਕੰਘੀ ਨਾਲ 2 ਵਾਲ ਅੜੇ ਹੋਏ ਸਨ, ਗਜ਼ ਲੰਬੇ ਵਾਲ। ਉਹਨੂੰ ਪਿਆਲੀ 'ਚੋਂ ਖੁਸ਼ਬੂ ਆ ਰਹੀ ਸੀ, ਪਲੰਗ 'ਚੋਂ ਖੁਸ਼ਬੂ ਆ ਰਹੀ ਸੀ, ਸਿਲਸ ਵਿੱਚੋਂ ਖੁਸ਼ਬੂ ਆ ਰਹੀ ਸੀ ਤੇ ਤੌਲੀਏ 'ਚੋਂ ਖੁਸ਼ਬੂ ਆ ਰਹੀ ਸੀ, ਕੰਘੀ 'ਚੋਂ ਖੁਸ਼ਬੂ ਆ ਰਹੀ ਸੀ। ਸਾਰੇ ਦਾ ਸਾਰਾ ਕਮਰਾ ਜਿਵੇਂ ਖੁਸ਼ਬੂਆਂ ਨਾਲ ਭਰਿਆ ਹੋਇਆ ਸੀ। ਉਹ ਕੌਣ ਸੀ? ਹੇਠ ਰਾਤ ਦੇ ਖਾਣੇ ਦੀ ਘੰਟੀ ਵੱਜੀ। ਉਹਨੂੰ ਭੁੱਖ ਨਹੀਂ ਸੀ, ਪਰ ਤਾਂ ਵੀ ਉਹ ਕਮਰੇ ਦੀ ਬੱਤੀ ਬੰਦ ਕਰ ਖਾਣੇ ਦੇ ਕਮਰੇ ਵੱਲ ਤੁਰ ਪਿਆ। ਖਾਣਾ ਖਾਂਦਿਆਂ ਉਹ ਸੋਚਿਆ ਸ਼ਾਇਦ ਬਹਿਰਾ ਕੁਝ ਹੋਰ ਦੱਸ ਸਕੇ ਉਹਨੂੰ ਉਹਦੇ ਮੁਲਾਕਾਤੀ ਬਾਬਤ, ਜਿਹੜੀ ਇੰਝ ਤੀਬਰਤਾ ਨਾਲ ਸਾਰਾ ਦਿਨ ਉਹਦਾ ਇੰਤਜ਼ਾਰ ਕਰਦੀ ਰਹੀ ਸੀ। ਖਾਣਾ ਖਾਂਦਿਆਂ ਜਿੰਨੀ ਵਾਰ ਬਹਿਰਾ ਆਇਆ ਉਹਨੇ ਉਹਦੇ ਮੂੰਹ ਵੱਲ ਇੰਝ ਵੇਖਿਆ ਜਿਵੇਂ ਬਹਿਰੇ ਤੋਂ ਕੁਝ ਪੁੱਛ ਰਿਹਾ ਹੋਵੇ। ਅਖੀਰ ਖਾਣਾ ਖਾ ਕੇ ਕਿੰਨਾ ਚਿਰ
ਉਸ ਦਿਨ ਉਹ ਕਾਫੀ ਪੀਂਦਾ ਰਿਹਾ, ਸੋਚਦਾ ਰਿਹਾ ਉਹ ਕੌਣ ਹੋ ਸਕਦੀ ਸੀ, ਪਰ ਉਹਦੀ ਸਮਝ 'ਚ ਕੁਛ ਨਾ ਆਉਂਦਾ। ਇੰਜ ਖਿਆਲਾਂ 'ਚੋਂ ਡੁੱਬਿਆ ਹੋਇਆ ਸੀ ਕਿ ਦੂਰੋਂ ਬਹਿਰਾ ਉਸ ਵੱਲ ਇੱਕ ਕਾਗਜ਼ ਫੜੀ ਆਇਆ। ਇੱਕਦਮ ਜਿਵੇਂ ਉਹ ਖਿੜਪੁੜ ਗਿਆ। ਉਹ ਸੋਚਿਆ ਸ਼ਾਇਦ ਉਹਦੀ ਹਸੀਨ ਮੁਲਾਕਾਤੀ ਹੇਠ ਦਫ਼ਤਰ 'ਚ ਉਹਦੇ ਲਈ ਚਿੱਠੀ ਛੱਡ ਗਈ ਸੀ, ਪਰ ਇਹ ਤਾਂ ਬਿੱਲ ਸੀ। ਇੱਕ ਵਾਧੂ ਦੁਪਹਿਰ ਦਾ ਖਾਣਾ, ਇੱਕ ਵਾਧੂ ਸ਼ਾਮ ਦੀ ਚਾਹ, ਜਿਸ ਨਾਲ ਬਹਿਰੇ ਨੇ ਉਸ ਮੁਲਾਕਾਤੀ ਦੀ ਖਾਤਰ ਕੀਤੀ ਸੀ। ਖਾਣੇ ਦੇ 3 ਰੁਪਏ ਉਹਨੂੰ ਕਦੀ ਨਹੀਂ ਚੁੱਭਦੇ ਸਨ, ਪਰ ਚਾਹ ਦੇ ਇੱਕ ਪਿਆਲੇ ਦੇ ਇੱਕ ਸੈਂਡਵਿਚ ਦੇ ਜਿਹੜੇ ਉਸ ਫਰੰਗਣ 2 ਰੁਪਏ ਲਾ ਲੈਂਦੀ ਸੀ, ਉਹਨੂੰ ਹਮੇਸ਼ਾ ਡਾਢੇ ਬੁਰੇ ਲੱਗਦੇ। ਹਮੇਸ਼ਾ ਇਸ ਗੱਲ 'ਤੇ ਉਹਦਾ ਤਕਰਾਰ ਹੋ ਜਾਂਦਾ, ਪਰ ਅੱਜ ਚੁੱਪ-ਚਪੀਤੇ ਉਹਨੇ ਦਸਖਤ ਕਰ ਦਿੱਤੇ। ਉਹ ਕੌਣ ਹੋ ਸਕਦੀ ਸੀ? ਸੌਣ ਲਈ ਕਮਰੇ ਵੱਲ ਜਾ ਰਿਹਾ ਇਸੇ ਸੋਚ 'ਚੋਂ ਗੜੂੰਨ ਸੀ ਕਿ ਅਚਾਨਕ ਕਮਰੇ ਦਾ ਪਰਦਾ ਹਟਾਉਂਦਿਆਂ ਉਹਨੇ ਵੇਖਿਆ ਉਹਦੇ ਪਲੰਗ 'ਤੇ ਇੱਕ ਪਰੀ ਵਰਗੀ ਹੁਸੀਨ ਕੁੜੀ ਲੇਟੀ ਹੋਈ ਹੈ। ਬੱਤੀ ਜਗਾਉਣ ਲਈ ਬਟਨ ਵੱਲ ਵਧਿਆ, ਉਹਦਾ ਹੱਥ ਉੱਥੇ ਦਾ ਉੱਥੇ ਹੀ ਰੁਕ ਗਿਆ। ਗਜ਼-ਗਜ਼ ਲੰਮੇ ਵਾਲ, ਗੱਲਾਂ ਦੇ ਹੇਠ ਬੁੱਲੀਆਂ ਕੋਲ ਇੱਕ ਤਿਲ, ਫੁੱਲ ਪੱਤੀਆਂ ਵਰਗੇ ਨਾਜ਼ੁਕ ਬੁੱਲ, ਸੋਨੇ ਵਰਗੀ ਮੁਸ਼ੱਕਤਾਂ ਨਾਲ ਪਲੀ ਹੋਈ ਨਹਿਰੀ ਕਣਕ ਦਾ ਗੰਦਮੀ ਰੰਗ, ਪਤਲੀ ਲੰਮੀ, ਸਾਰੇ ਦੇ ਸਾਰੇ ਪਲੰਗ 'ਤੇ ਮਸਾਂ-ਮਸਾਂ ਮਿਟ ਰਹੀ ਸੀ। ਸਿਰ ਤੋਂ ਲੈ ਕੇ ਪੈਰਾਂ ਤੀਕ ਪਸੀਨਾ-ਪਸੀਨਾ ਹੋ ਗਿਆ। ਉਹਨੂੰ ਇੱਕ ਚੱਕਰ ਆਇਆ, ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਮੁੜ ਜਦੋਂ ਉਹਦੇ ਹੋਸ਼ ਫਿਰੇ, ਉਹਦੀਆਂ ਅੱਖਾਂ ਖੁੱਲ੍ਹੀਆਂ। ਇੱਕ ਕਦਮ ਹੋਰ ਅੱਗੇ ਹੋ ਕੇ ਵੇਖਿਆ, ਪਲੰਗ 'ਤੇ ਕੁੜੀ ਨਹੀਂ ਸੀ। ਰੋਸ਼ਨਦਾਨ 'ਚੋਂ ਛਣ-ਛਣ ਕੇ ਅੰਦਰ ਪੈ ਰਹੀ ਚਾਨਣੀ ਨੇ ਪਲੰਗ ਪੋਸ਼ ਦੀਆਂ ਘੁਰਜਾਂ ਨਾਲ ਮਿਲ ਕੇ ਇੱਕ ਜਾਦੂ ਜਿਹਾ ਕੀਤਾ ਹੋਇਆ ਸੀ। ਘੁਰਜਾਂ 'ਤੇ ਚਾਨਣੀ, ਗਜ਼-ਗਜ਼ ਲੰਬੇ ਵਾਲ, ਘੁਰਜਾਂ 'ਤੇ ਚਾਨਣੀ, ਚੰਦਨ ਵਰਗਾ ਮੁਖੜਾ, ਘੁਰਜਾਂ 'ਤੇ ਚਾਨਣੀ, ਫੁੱਲ ਪੱਤੀਆਂ ਵਰਗੇ ਬੁੱਲ, ਘੁਰਜਾਂ 'ਤੇ ਚਾਨਣੀ, ਬੁੱਲਾਂ ਕੋਲ ਤਿਲ, ਘੁਰਜਾਂ 'ਤੇ ਚਾਨਣੀ, ਪਤਲਾ ਲੰਮਾ ਬੁੱਤ, ਸਾਰੇ ਦੇ ਸਾਰੇ ਪਲੰਗ 'ਤੇ ਫੈਲਿਆ ਹੋਇਆ। ਤੇ ਉਹ ਹੱਕਾ-ਬੱਕਾ ਪਲੰਗ 'ਤੇ ਮੂਧਾ ਜਾ ਪਿਆ। ਘੜੀ ਨੇ 10 ਵਜਾਏ, 11 ਵਜਾਏ, 12 ਵਜਾਏ ਤੇ ਫਿਰ 1, 2, 3, 4, 5 ਸਾਰੀ ਰਾਤ ਉਹਨੇ ਅੱਖਾਂ 'ਚ ਕੱਟ ਛੱਡੀ। ਚਾਨਣੀ ਰੋਸ਼ਨਦਾਨ ਵਿੱਚੋਂ, ਖਿੜਕੀ ਵਿੱਚੋਂ ਛਣ ਕੇ ਉਹਦੇ ਉੱਤੇ ਪੈਂਦੀ ਰਹੀ। ਬਾਹਰ ਬੂਟਿਆਂ 'ਤੇ ਪੈ ਰਹੀ ਬੂਰ ਦੀ ਸੁਗੰਧੀ ਜਿਉਂ-ਜਿਉਂ ਰਾਤ ਗੁਜ਼ਰਦੀ ਵੱਧਦੀ ਜਾ ਰਹੀ ਸੀ। ਧੰਨਵਾਦ।